औज़ बिल्लाह मिनश शैतानिर रजीम बिस्मिल्लाहिर रहमानिर रहीम रब्बे ज़िदनी इल्मा। ऐ अल्लाह ताला मेरे इल्म में इजाफा फरमा और मुझे सच बोलने की तौफीक दे। ओए गोली क्यों चलाई यू? अस्सलाम वालेकुम जिनजान पाकिस्तान जी। जिनजान पाकिस्तान जी एक लोफर औरत दे पिछे लग के तुसी सुनिया होएगा कि बादशाहां ने अपनियां बादशाहियां छड़ दित्तियां औरत पिछे कई दुनिया दियां मिसालां ने कि औरतां ने उजाड़ दिता है, मगर इस लोफर नानी गराज वाली कच कवीन ने जो कम पाए ने ना, जिंद जान पाकिस्तान जी, ये तरसे हुंदे ने फौजी। यकीन करो तुसी, मैं तुहानू हकीकत कहना, क्योंकि ना ही तो किसी कोठी खाने च जा सकते ने, अपनियां बीवियां ने सिर्फ उन्हां नाल ते इस स्टेज ते आके ਜਿਹੜੇ ਲੋਫਰ ਬੰਦੇ ਹੁੰਦੇ ਨੇ ਨਾ, ਬਾਜ਼ ਔਰਤਾਂ ਲੋਫਰ ਹੁੰਦੀਆਂ, ਜਿਹੜੇ ਲੋਫਰ ਬੰਦੇ ਹੁੰਦੇ ਨੇ ਨਾ, ਉਹਨਾਂ ਨੂੰ ਵੀ ਲਵਾਜ਼ਮਾਤ ਚਾਹੀਦੇ ਹੁੰਦੇ। ਉਤੋਂ ਇਹ ਸ਼ਰਾਬੀ ਹੈ, ਬਗੈਰਤ ਦਾ ਪੁੱਤਰ, ਉਹ ਖੱਚ ਕਵੀਨ, ਉਹਦੀ ਤੁਸੀਂ ਮੈਂ ਤੁਹਾਨੂੰ ਕੀ ਦੱਸਾਂ। ਜਿੰਦ ਜਾਨ ਪਾਕਿਸਤਾਨ ਜੀ, ਮੈਂ ਗਵਾਲ ਮੰਡੀ ਦਾ ਰਹਿਣ ਵਾਲਾ ਵਾਂ ਤੇ ਮੈਂ ਨਵਾਜ਼ ਸ਼ਰੀਫ ਨੂੰ ਇਸ ਹੱਦ ਤੱਕ ਜਾਣਨਾ ਕਿ ਮੈਂ ਤੁਹਾਡੇ ਨਾਲ ਗਲਤ ਬਿਆਨੀ ਨਹੀਂ ਕਰਦਾ। ਜਿੰਦ ਜਾਨ ਪਾਕਿस्तान जी बड़ी वड्डी गेग है जे, हकीकत तुहानू कह रहे हैं। इन्होंने उसले बर्फ का कारखाना सी, सिर्फ इतफाक फाउंड्री बाद चो बनी है। रेलवे रोड ते सुल्तान दी सराह ਉਹਦੇ ਵੱਲ ਰਸਤਾ ਜਾਂਦੇ ਆ, ਖੱਬੇ ਹੱਥ ਇਹਨਾਂ ਦਾ कारखाना ਸੀ ਜੇ, ਸਿਰਫ ਇੱਕ। ਇਹ सन 1950 ਦੇ ਸਮਝ ਲਓ ਇਹਨਾਂ ਨੇ ਬਣਾਇਆ ਐਸੇ ਹੀ। ਉਸ ਤੋਂ ਬਾਅਦ ਇਹਨਾਂ ਨੇ, ਕਿਉਂਕਿ ਮੀਆਂ ਜਿਹੜਾ ਸ਼ਰੀਫ ਸੀ ਨਾ, ਉਹ ਬੜਾ ਵੱਡਾ ਚੋਰ ਸੀ, ਡਾਕੂ ਸੀ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇੱਕ ਮਿੱਲ ਪਾਈ ਇਤਫਾਕ ਫਾਊਂਡਰੀ ਦੇ ਨਾਂ ਤੋਂ, ਸਾਰਿਆਂ ਭਰਾਵਾਂ ਨੇ ਰਲ ਰਲਾ ਕੇ। ਉਸ ਵੇਲੇ ਕੌਡੀਆਂ ਦੇ ਭਾਅ ਜਗ੍ਹਾ ਸੀ, ਉੱਥੇ ਜਗ੍ਹਾ ਲੈ ਲਈ, ਇੱਕ ਫਰਨਸ ਲਾ ਲਈ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਦੇ ਕੋਲ ਹੈਗਾ ਸੀ ਸ਼ਹੀਦਗੰਜ ਤੇ ਸਾਰਾ ਲੋਹਾ ਉੱਥੇ। ਇਹਨਾਂ ਨੇ ਕੀ ਕੀਤਾ, ਉੱਥੋਂ ਦੇ ਜਿਹੜੇ ਚੋਰ ਹੈਗੇ ਸਨ ਉਹਨਾਂ ਦਾ ਰਾਬਤਾ ਇਹਨਾਂ ਦਾ ਹੋਇਆ। ਉਸ ਵੇਲੇ 8 ਨੇ 10 ਨੇ ਸ਼ੇਰ ਚੱਲਦਾ ਸੀ ਤੇ ਸ਼ੇਰ ਲੋਹਾ, ਸਮਝ ਗਏ ਹੋ ਨਾ। ਇਹਨਾਂ ਨੇ ਉਹ ਲੋਹਾ ਲੈਣਾ ਸ਼ੁਰੂ ਕਰ ਦਿੱਤਾ, 4 ਨੇ 3 ਨੇ। ਉਹ ਇੱਕ ਵਕਤ ਆਇਆ ਕਿ ਇਹਨਾਂ ਦਾ ਲਿੰਕ ਬਣ ਗਿਆ ਰੇਲਵੇ 'ਚ। ਹੁਣ ਰੇਲਵੇ ਦਾ ਇੰਨਾ ਕੁ ਲੋਹਾ ਹੈਗਾ ਕਿ 100 ਸਾਲ ਵੀ ਕੱਢਦੇ ਰਹੋ ਤੇ ਫੇਰ ਵੀ ਨਹੀਂ ਖਤਮ ਹੁੰਦਾ। ਜਿੰਦ ਜਾਨ ਪਾਕਿस्तान ਜੀ, ਉੱਥੋਂ ਉਹ ਲੋਹਾ ਇੱਕ ਇਹਨਾਂ ਦਾ ਬਕਾਇਦਾ ਹਕੀਕਤ ਦੱਸ ਰਿਹਾ ਮੈਂ, ਇਹਨਾਂ ਨੇ ਇੰਜਨ ਤੱਕ ਗਾਲ ਦਿੱਤੇ ਨੇ ਰੇਲਵੇ ਦੇ। ਜੋ ਲਾਈਨਾਂ ਗਈਆਂ ਸਨ ਜਿਹੜੀਆਂ ਬੰਦ ਹੋ ਗਈਆਂ ਸਨ, ਜਿੰਦ ਜਾਨ ਪਾਕਿस्तान ਜੀ, ਜਿੰਨਾ ਚ ਅੰਗਰੇਜ਼ ਦੇ ਦੌਰ 'ਚ ਗੱਡੀ ਜਾਂਦੀ ਸੀ, ਉਸ ਤੋਂ ਬਾਅਦ ਗਈ ਕਈ ਤੁਸੀਂ ਦੇਖਿਆ ਹੋਏਗਾ ਕਿ ਲਾਈਨਾਂ ਬੰਦ। ਉਹ ਇਹਨਾਂ ਨੇ ਰੇਲਵੇ ਦਾ ਉਹ ਲੋਹਾ, ਸ਼ਹੀਦਗੰਜ ਦਾ ਉਹ ਲੋਹਾ ਚੋਰੀ ਦਾ ਇਹਨਾਂ ਨੇ ਲਿੱਤਾ। ਉਥੋਂ ਇਹਨਾਂ ਦੀ ਮਿਲ ਜਿਹੜੀ ਹੈ ਨਾ, ਇਤਫਾਕ ਫਾਊਂਡਰੀ, ਉਹ ਸਟੈਂਡ ਹੋ ਗਈ। ਉਹ ਸਟੈਂਡ ਤੋਂ ਮੁਰਾਦ ਹੈ ਕਿ ਉਸ ਵਕਤ ਇਹ ਜਿਹੜਾ ਖੱਚ ਕਵੀਨ ਕਹਿੰਦੀ ਹੈ ਨਾ, ਲੋਫਰ ਨਾਨੀ, ਕਿ ਜੀ ਮੇਰਾ ਦਾਦਾ ਜਿਹੜਾ ਵਾ ਉਹ ਅਰਬਪਤੀ ਸੀ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ। ਕੋਤੀਏ ਕਿਉਂ ਝੂਠ ਬੋਲਣੀ ਹੈ? ਕੀ ਸੀ ਤੇਰੇ ਦਾਦੇ ਕੋਲ? ਸਭ ਜਾਣਨਾ ਮੈਂ ਕਿ ਤੇਰਾ ਦਾਦਾ ਕਿੱਡਾ ਵੱਡਾ ਚੋਰ ਸੀ। ਜਿੰਦ ਜਾਨ ਪਾਕਿस्तान ਜੀ, ਇੱਕ ਦੌਲਾ ਲੈਣਾ ਵਾਲਾ ਹੋਇਆ ਜੇ, ਦੌਲਾ ਲੈਣਾ ਵਾਲਾ। ਉਹ ਲੈਣਾ ਵਾਲਾ ਕਿਉਂ ਮਸ਼ਹੂਰ ਸੀ? ਫਰੂਕਗੰਜ ਜੋ ਰਹਿੰਦਾ ਸੀ ਜੇ, ਤੇ ਚੋਰਾਂ ਦਾ ਥੰਮੂ ਸੀ। ਜਿੰਨਾ ਲੋਹਾ ਚੋਰੀ ਦਾ ਰੇਲਵੇ ਦਾ ਆਉਂਦਾ ਸੀ ਨਾ, ਉਹ ਸਾਰਾ ਉਹ ਵੇਚਦਾ ਸੀ। ਉਹ ਸਾਰੇ ਚੋਰ ਉਹਦੇ ਅੰਡਰ ਚ ਗਏ ਸਨ। ਇਹਨਾਂ ਦਾ ਉਹਨਾਂ ਨਾਲ ਕੰਟੈਕਟ ਹੋ ਗਿਆ ਉਸੇ ਹੀ ਦੌਰ 'ਚ ਜਦੋਂ ਇਹਨਾਂ ਨੇ ਨਵੀਂ ਆਪਣੀ ਫਾਊਂਡਰੀ ਬਣਾਈ, ਇਤਫਾਕ ਫਾਊਂਡਰੀ। ਜਿੰਦ ਜਾਨ ਪਾਕਿस्तान ਜੀ, ਇਹਨਾਂ ਨੇ ਕੋਈ ਲੋਹਾ, ਉਹਨੇ ਕੋਈ ਇਹਨਾਂ ਨੂੰ ਲੋਹਾ ਦਿੱਤਾ। ਉਹ ਸਸਤਾ ਜ਼ਮਾਨਾ ਸੀ, 2 ਰੁਪਏ 2.5 ਰੁਪਏ ਕਿਲੋ ਗੋਸ਼ਤ, ਸ਼ੇਰ ਗੋਸ਼ਤ। ਉਹ ਦੌਰ ਦੀ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਜੇ, ਜਦੋਂ 12 ਨੇ ਸ਼ੇਰ ਰੁਪਈਆ ਸ਼ੇਰ ਤੇ ਮੈਂ ਆਪ ਲਿਆਂਦਾ ਰਿਹਾ ਨਾ। ਯਕੀਨ ਕਰੋ ਤੁਸੀਂ, ਮੈਂ ਤੁਹਾਡੇ ਨਾਲ ਗਲਤ ਬਿਆਨੀ ਨਹੀਂ ਕਰਦਾ। 16 ਰੁਪਏ ਸ਼ੇਰ
ਕੀ ਦੇਸੀ ਘਿਓ ਤੇ 4 ਰੁਪਏ ਦਾ ਸ਼ੇਰ ਗੋਸ਼ਤ। ਇਹ ਮੈਂ ਤੇ ਇਹ ਉਸ ਤੋਂ ਪਹਿਲੇ ਦਾ ਵਾਕਿਆ ਮੈਂ ਤੁਹਾਨੂੰ ਦੱਸ ਰਿਹਾ, ਜਦੋਂ 2-2.5 ਰੁਪਏ ਸ਼ੇਰ ਸੀ ਅਯੂਬ ਖਾਨ ਦੇ ਦੌਰ ਦਾ। ਪਹਿਲਾ ਜਿਹੜਾ ਅਯੂਬ ਖਾਨ ਦਾ ਦੌਰ ਸ਼ੁਰੂ ਹੋਇਆ ਜਿਸ ਵੇਲੇ ਸਨ 1960 ਤੋਂ ਬਾਅਦ, ਜਿੰਦ ਜਾਨ ਪਾਕਿਸਤਾਨ ਜੀ ਇਹਨਾਂ ਨੇ ਉਹ ਚੋਰੀ ਦਾ ਲੋਹਾ ਵੇਚਿਆ ਵਾ ਬਗੈਰਤ ਦੇ ਪੁੱਤਰਾਂ ਨੇ। ਉਥੋਂ ਹੈ ਅੱਜ ਇਹਨਾਂ ਦੀ ਇਹ ਪੋਜੀਸ਼ਨ ਹੈਗੀ ਹੈ ਕਿ ਕੱਲੀ ਖੱਚ ਕੁਈਨ ਜਿਹੜੀ ਹੈ ਨਾ, ਇਹ ਲੋਫਰ ਔਰਤ, ਲੋਫਰ ਨਾਨੀ, ਗਰਾਜ ਵਾਲੀ। ਜਿੰਦ ਜਾਨ ਪਾਕਿਸਤਾਨ ਜੀ, ਤੁਹਾਡੀ ਸੋਚ ਤੋਂ ਜ਼ਿਆਦਾ ਇਹਦੇ ਕੋਲ ਰੁਪਈਆ ਜੇ, ਤੁਹਾਡੀ ਸੋਚ ਤੋਂ ਜ਼ਿਆਦਾ। ਤੇ ਬਾਂਦਰੀ ਦੀ ਬੱਚੀ ਕਹਿੰਦੀ ਕੀ ਹੈ ਆ ਕੇ ਟੀਵੀ ਦੇ ਉੱਤੇ ਕਿ ਇੰਗਲੈਂਡ ਤੋਂ ਕਿਹਾ ਮੇਰੀ ਤਾਂ ਪਾਕਿस्तान में भी कोई जायदाद नहीं। ਬੀਬੀ ਆ ਤੇਰੇ ਕਿਸੇ ਯਾਰ ਦੀ ਜਾਇਦਾਦ ਹੈਗੀ ਹੈ ਜਿਹੜੀ ਤੇਰੇ ਕੋਲ ਹੈ? ਤੇਰੇ ਭਰਾ ਨੇ ਕਿਹਾ ਕੰਜਰ ਨੇ ਕਿ ਇਸकी ਬੈਨੀਫੀਸ਼ਰੀ ਹੋ, ਜਿਹੜੇ ਅਪਾਰਟਮੈਂਟ ਹੈਗੇ ਨੇ ਤੁਹਾਡੇ ਉੱਥੇ ਲੰਡਨ 'ਚ, ਕਿ ਇਹਨਾਂ ਦੀ ਬੈਨੀਫੀਸ਼ਰੀ ਮੇਰੀ ਭੈਣ ਹੈ। ਤੂੰ ਐਡੇ ਖੱਚ ਕਵੀਨੇ ਐਡੇ ਝੂਠ ਬੋਲਨੀ। ਉਤੋਂ ਕਹਿੰਦੀ ਹੈ ਮੈਂ ਕੋਈ ਗੱਡੀ ਨਹੀਂ ਲਿੱਤੀ ਤੋਸ਼ਾਖਾਨਾ ਚੋਂ। ਉਹ BMW ਤੇਰੇ ਕਿਸੇ ਯਾਰ ਨੇ ਤੈਨੂੰ ਦਿੱਤੀ ਸੀ? ਇਹ ਦੱਸ ਮੈਨੂੰ। ਹਰ ਇੱਕ ਨੂੰ ਤਾਂ ਯਾਰ ਬਣਾ ਲੈਂਦੀ 1 ਮਿੰਟ ਤੋਂ ਪਹਿਲੇ। ਮੈਂ ਤੁਹਾਨੂੰ ਸਹੀ ਕਹਿਣਾ ਪਿਆ ਜਿੰਦ ਜਾਨ ਪਾਕਿਸਤਾਨ ਜੀ, ਮੈਂ ਆਪ ਧੀਆਂ ਭੈਣਾਂ ਲਾਵਾਂ। ਮੇਰੀਆਂ ਧੀਆਂ ਨਹੀਂ ਹੈਗੀਆਂ ਤੇ ਮੇਰੀਆਂ ਭਤੀਜੀਆਂ ਭਣੇਵੀਆਂ ਵੀ ਮੇਰੀਆਂ ਧੀਆਂ ਹੀ ਨੇ। ਤੇ ਤੁਸੀਂ ਯਕੀਨ ਕਰੋ ਮੈਂ ਤੁਹਾਡੇ ਨਾਲ ਗਲਤ ਬਿਆਨੀ ਨਹੀਂ ਕਰ ਰਿਹਾ। ਇਹ ਐਡੀ ਬਗੈਰਤ ਔਰਤ ਹੈਗੀ ਹੈ ਕਿ ਅਗਰ ਮੈਂ ਕੋਈ ਕਿਤਾਬ ਲਿਖਾਂ ਨਾ ਔਰਤਾਂ ਦੇ ਉੱਤੇ, ਬੇਹਯਾ ਔਰਤਾਂ ਤੇ ਸਭ ਤੋਂ ਪਹਿਲੇ ਇਹਦਾ ਨਾਂ ਆਉਂਦਾ ਜੀ। ਤੇ ਮੈਂ ਸਟੂਡੀਓ ਦਾ ਆਦਮੀ ਆ ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਬੁਰਾਈ ਦੀ ਜੜ ਹੈ। ਮੈਂ 25 ਸਾਲ ਫਿਲਮਾਂ 'ਚ ਸ਼ੌਕ ਦੇ ਤੌਰ ਦੇ ਉੱਤੇ 25 ਸਾਲ ਗੁਜ਼ਾਰੇ ਨੇ ਸਟੂਡੀਓ ਦੇ ਵਿੱਚ। ਐਸੀਆਂ ਬਦਕਾਰ ਤੇ ਐਸੀਆਂ ਲੋਫਰ ਔਰਤਾਂ ਦੇਖੀਆਂ ਕਿ ਤੁਹਾਨੂੰ ਦੱਸ ਨਹੀਂ ਸਕਦਾ। ਇਹ ਉਹਨਾਂ ਸਾਰਿਆਂ ਦੀ ਸਰਦਾਰ ਜੀ ਐਸੀ ਬਗੈਰਤ ਹੈਗੀ। ਸਪਲਾਇਰ ਹੈ ਜੇ, ਫਿਰ ਜਿਹਦਾ ਕੋਲੋਂ ਦਿਲ ਕਰਿਆ ਉਹਨੇ ਐਸੇ ਕਰਕੇ ਤੇ ਖੁੱਡੇ ਲੈਣ ਲਾਇਆ। ਅਵਾਨ ਸਾਹਿਬ, ਕੈਪਟਨ ਸਫਦਰ ਅਵਾਨ, ਗੈਰਤਮੰਦ ਆਦਮੀ, ਇਹਨੇ ਖੁੱਡੇ ਲੈਣ ਲਾਤਾ ਉਹਨੂੰ ਐਸ ਕਰਕੇ ਕਿ ਮੇਰੀ ਰਖਵਾਲੀ ਨਾ ਕੋਈ ਕਰ ਸਕੇ। ਉਹ ਤਾਂ ਵਿਚਾਰਾ ਹੁਣ ਵੀ ਕੋਸ਼ਿਸ਼ ਕਰ ਰਿਹਾ ਕਿ ਮੇਰੇ ਕਿਧਰੇ, ਲੇਕਿਨ ਕੀ ਇਹਨੇ ਤਲਾਕ ਲੈ ਲਈ ਹੈ ਉਹਦੇ ਕੋਲੋਂ। ਇਹ ਸਾਰੀਆਂ ਤਲਾਕੀ ਯਾਫਤਾ ਔਰਤਾਂ ਨੇ ਜਿਹੜੀਆਂ ਇਹਦੇ ਨਾਲ ਨੇ ਇਰਦ ਗਿਰਦ, ਕੀ ਕਰੈਕਟਰ ਨੇ ਉਹਨਾਂ ਦੇ ਜਿਹੜੀਆਂ ਇਹਦੇ ਨਾਲ ਆਲੇ ਦੁਆਲੇ ਹੈਗੀਆਂ ਨੇ। ਉਜ਼ਮਾ ਬੁਖਾਰੀ ਹੋਈ, ਉਹ ਡੱਡੂ ਚਾਰਜਰ ਹੋਈ, ਉਹ ਜਿਹੜੀ ਹੋਈ ਕਿ ਹਿਨਾ ਪਰਵੇਜ਼ ਭੱਟ, ਹੋਰ ਜਿੰਨੀਆਂ ਵੀ ਨੇ ਸਾਰੀਆਂ ਲੋਫਰ ਔਰਤਾਂ ਨੇ। ਸਵਾਲ ਹੀ ਪੈਦਾ ਨਹੀਂ ਹੁੰਦਾ ਸ਼ਰਾਫਤ ਦਾ ਕੋਈ ਇਹਨਾਂ ਦੇ ਵਿੱਚ ਇੱਕ ਕਣੀ ਵੀ ਹੋਵੇ। ਤੇ ਐਸੀ ਬੇਗੈਰਤ ਤੇ ਬੇਸ਼ਰਮ ਔਰਤ ਹੈ, ਉਹਦੇ ਨਾਲ ਅਟੈਚਮੈਂਟ ਹੋ ਗਈ ਹੈ ਇਹਦੀ ਜਰਨਲ ਦੀ। ਕਿਉਂਕਿ ਜਰਨਲ ਤਰਸੇ ਆਇਆ ਸੀ, ਹੋਰ ਵੀ ਜਿਹੜੇ ਆਲੇ ਦੁਆਲੇ ਵਾਲੇ ਜਰਨਲ ਸਨ ਉਹ ਤਰਸੇ ਸਨ ਇਸ ਕੰਮ ਤੋਂ। ਇਹਨਾਂ ਨੇ ਵੰਸਵੰਨੀਆਂ ਜਿਹੜੀਆਂ ਨੂੰ ਉਹਨਾਂ ਨੇ ਕਿਹਾ, ਕਿਉਂਕਿ ਔਰਤਾਂ ਸਨ, ਇਹਨਾਂ ਨੇ 1 ਮਿੰਟ ਤੋਂ ਪਹਿਲੇ ਉਹਨੂੰ ਜਾਲ 'ਚ ਪਾਇਆ। ਜਿੰਨੀਆਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ, ਜਿੰਨੀਆਂ ਲੋਫਰ ਟੀਵੀ ਦੀਆਂ ਔਰਤਾਂ ਨੇ ਜਿਹੜੀਆਂ ਡਰਾਮੇ 'ਚ ਕੰਮ ਕਰਦੀਆਂ, ਉਹਨਾਂ ਨੂੰ ਵੀ ਤਾਂ ਥੱਬੀ ਚਾਹੀਦੀ ਹੈ ਨਾ, ਪੈਸਾ ਚਾਹੀਦਾ। ਤੇ ਪੈਸਾ ਇਹਨਾਂ ਦੇ ਕੋਲ ਤੇ ਇੰਝ ਹੈਗਾ ਜਿਵੇਂ ਅੱਲਾ ਮਾਫ ਕਰੇ ਤੌਬਾ ਇਸਤਗਫਾਰ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹਨਾਂ ਨੂੰ ਕਿੱਡੀ ਪੈਦਾ ਹੈ ਰੋਜ਼ ਦੀ। ਬਾਰਡਰਾਂ ਦਾ ਕੰਟਰੋਲ ਇਹਨਾਂ ਕੋਲ, ਫਿਰ ਮਦਨੀਆਤ ਦਾ ਕੰਟਰੋਲ ਇਹਨਾਂ ਕੋਲ, ਫਿਰ ਜੋ ਰਿਸ਼ਵਤਾਂ ਦੇ ਪੈਸੇ ਇਕੱਠੇ ਹੁੰਦੇ ਨੇ ਉਹਨਾਂ 'ਚੋਂ ਇਹਨਾਂ ਨੂੰ ਹਿੱਸਾ ਇਹਨਾਂ ਕੋਲ। ਜਿੰਦ ਜਾਨ ਪਾਕਿਸਤਾਨ ਜੀ, ਇਹਨਾਂ ਜਰਨੈਲਾਂ ਕੋਲ ਕੋਈ ਘੱਟ ਪੈਸਾ ਹੈ? ਐਸੇ ਕਰਕੇ ਤੇ ਜਜ਼ੀਰੇ ਖਰੀਦਦੇ ਨੇ। ਬਾਜਵੇ ਦਾ ਜਜ਼ੀਰਾ, ਕਿਆਨੀ ਦਾ ਜਜ਼ੀਰਾ, ਰਹਿਲ ਸ਼ਰੀਫ ਦਾ, ਇਹਨਾਂ ਦੇ ਸਾਰਿਆਂ ਦੇ ਜਜ਼ੀਰੇ ਨੇ। ਜਿੰਦ ਜਾਨ ਪਾਕਿਸਤਾਨ ਜੀ ਇਹਦਾ ਜਜ਼ੀਰਾ, ਇਹਦੇ ਕੋਲ ਘੱਟ ਦੌਲਤ ਹੈ? ਇਸ ਬਦ ਦੇ ਪੁੱਤਰ ਨੇ ਇੰਨੀ ਦੌਲਤ ਇਕੱਠੀ ਕੀਤੀ ਹੈ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ।
ਉਤੋਂ ਇਸ਼ਕੋ ਦੇ ਨਾਲ ਕੱਚ ਕੁਵੀਨ ਨਾਲ ਉਹਨੇ ਵੀ ਕਿਹਾ ਫਿਕਰ ਨਾ ਕਰੋ ਜਨਰਲ ਸਾਹਿਬ। ਯਾਰ ਇਹਨਾਂ ਨੇ ਇੰਨਾ ਵੱਡਾ ਕਰਜ਼ਾ ਲਿੱਤਾ, ਕਿੱਥੇ ਗਿਆ ਇਹਨੂੰ? ਵਿੱਚੋਂ ਅਗਰ ਲੱਪੀ ਨਾ ਮਿਲੇ, ਲੱਪੀ ਤੋਂ ਮੁਰਾਦ ਹੈ ਹਿੱਸਾ ਨਾ ਮਿਲੇ, ਤੇ ਉਹਨਾਂ ਨੂੰ ਇੰਨੇ ਕਰਜ਼ ਲੈਣ ਦੇਵੇ? ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਨ ਜਾਨ ਪਾਕਿਸਤਾਨ ਜੀ, ਦੁਆ ਕਰੋ ਅੱਲਾਹ ਪਾਕ ਖੈਰ ਕਰੇ। ਇਸ ਖੱਚ ਕਵੀਨ ਦਾ ਤੇ ਇਹਦਾ ਐਸਾ ਹਿਸਾਬ ਲੈਣਾ ਮੈਂ ਕਿ ਯਾਦ ਕਰਨ। ਔਰ ਨਾਲ ਉਹ ਵੱਡਾ ਟੀਡਾ ਉਹ ਵੀ ਕੱਚ ਕਰਕੇ ਆਇਆ, ਛੋਟਾ ਟੀਡਾ ਬਾਹਰ ਚਲਾ ਗਿਆ, ਉਹ ਆ ਗਿਆ। ਐਕਸਟੈਂਸ਼ਨ ਫਸੀ ਹੀ ਹੈ। ਅਸੀਂ ਤੁਹਾਨੂੰ ਕਿਹਾ ਸੀ ਨਾ, ਯਾਦ ਹੋਏਗਾ, ਤੂੰ ਮੇਰਾ ਪ੍ਰੋਗਰਾਮ ਦੇਖ ਲਓ, ਕੋਈ ਐਕਸਟੈਂਸ਼ਨ ਨਹੀਂ ਹੋਏ। ਜਨਰਲ ਜਾ ਜੋ ਮਰਜ਼ੀ ਕਰ ਲੈ। ਤੇ ਹੁਣ ਇਹ ਤੁਹਾਨੂੰ ਨਹੀਂ ਪਤਾ ਹੈਗਾ ਕਿੱਡੀ ਕੁ ਮਜਬੂਰੀ ਦੇ ਵਿੱਚ ਇਹਨੂੰ ਐਕਸਟੈਂਸ਼ਨ ਉਹ ਦੇ ਰਹੇ ਨੇ, ਇਸ ਕਰਕੇ ਕਿ ਉਹਨਾਂ ਨੇ ਆਪਣੇ ਮੁਤਾਲਬਾਤ ਮਨਵਾਏ ਨੇ ਇਹਦੇ ਕੋਲੋਂ ਕਿ ਮਾਈਨਸ ਇਮਰਾਨ ਖਾਨ ਨੂੰ ਐਵੇਂ ਤੇ ਨਹੀਂ ਬਿਆਨ ਦਿੱਤਾ ਕਿ ਮੈਂ ਜਦ ਤੱਕ ਮੈਂ ਹੈਗਾ ਮੈਂ ਇਹਨੂੰ ਛੱਡਣਾ ਨਹੀਂ ਇਮਰਾਨ ਖਾਨ ਨੂੰ। ਉਹ ਬੱਦਿਆ ਪੁੱਤਰਾ, ਕਿਸੇ ਲੋਫਰ ਮਾਂ ਦਿਆ ਬੱਚਿਆ, ਕੀ ਉਹਨੇ ਜੁਰਮ ਕੀ ਕੀਤਾ ਹੈ? ਜਿੰਦ ਜਾਨ ਪਾਕਿਸਤਾਨ ਜੀ ਹੈ, ਸਾਡੇ ਪਾਕਿਸਤਾਨ ਨਾਲ ਹੋ ਰਿਹਾ ਜੀ। ਜਿਹੜਾ ਮੁਹਿੱਬੇ ਵਤਨ ਪਾਕਿਸਤਾਨੀ ਹੈ ਨਾ, ਉਹ ਅੰਦਰ ਹੈਗਾ ਜੀ। ਤੇ ਕੋਈ ਨਹੀਂ, ਇਹਨਾਂ ਦਾ ਹਿਸਾਬ ਲਾਣੇ, ਇਹਨਾਂ ਦਾ ਰਿਮਾਂਡ ਲਾਂਗੇ ਅੱਲਾ ਦੇ ਹੁਕਮ ਨਾਲ। ਆਵਾਮ ਆ ਗਈ ਹੈ ਸੜਕਾਂ ਤੇ, ਫਿਕਰ ਨਾ ਕਰੋ ਤੁਸੀਂ। ਇਨਸ਼ਾਅੱਲਾ ਇੱਕ ਵਕਤ ਆਣਾ ਵਾ ਕਿ ਪਾਕਿਸਤਾਨੀ ਹਰ ਬੰਦੇ ਨੇ ਬਾਹਰ ਨਿਕਲਣਾ ਤੇ ਆਸਮ ਕੁੱਤਾ ਨਾ ਹੋਈ ਤੇ ਮੇਰਾ ਨਾਂ ਬਦਲ ਦੇਣਾ। ਜਾਓ, ਅਯੂਬ ਕੁੱਤਾ ਨਹੀਂ ਸੀ ਹੋ ਗਈ, ਇਸ ਤਰ੍ਹਾਂ ਵੀ ਕੁੱਤਾ ਹੋਏਗਾ। ਅੱਲਾਹ ਤਾਲਾ ਮੇਰੇ ਪਾਕਿਸਤਾਨ ਨੂੰ ਆਪਣੀ ਹਿਫਜ਼ੋ ਈਮਾਨ ਚ ਰੱਖੇ। ਜਿਨ ਜਾਨ ਪਾਕਿस्तान जिंदाबाद, इमरान खान जिंदाबाद। ओए गोली क्यों चलाई, बद्दिया पुत्रा। अस्सलाम वालेकुम।